रेप कोई सैक्स नहीं हुंदा, रेप वायलेंस हुंदी आ। मतलब सत्ताधारी धिरता गंदी हैगी आ, समाज उदों भी ज़्यादा गंदा आ। उस MLA की स्टेटमेंट सुनो जिहड़ा विच बैठा सी उस कमेटी लोकल MLA, वो कहते ये संस्कारी ब्राह्मण है, इनकी सज़ा माफ़ करनी जायज़ थी। सो मैनू नहीं समझ आती भी संस्कारी ब्राह्मण किहड़े हुंदे ते किहड़ा इन्हां कोल लाइसेंस है रेप करन दा। किड्डे दोगले किरदार ने इन्हां लोकां दे ते किड्डी ये कह लो कि गंदी राजनीति खेडदे आ। बड़े वड्डे सवाल ने जिहड़े लोकां नूं सोचने चाहिए, लोकां धीआं भैणां वालिआं नूं सोचने चाहिए ने कि जिहड़े लोग जिहड़े पार्टी दे लोग ये बयान देन कि ये संस्कारी ब्राह्मण है तो इन्हां नूं माफ़ कर देना चाहिए। वो किहो जी मैंटेलिटी के लोग ने जिहड़े जिन्हां नूं असीं अपना देश सौंपिया होया। रेप कहण नूं शरीर दे उत्ते कीता गया हमला हुंदा, शरीर नूं बिना मर्जी दे टच किया जाता है। असल दे विच उहदे नाल जिहड़ी जख्मी आ वो साडी रूह हुंदी आ, वो रूह तक साडी कंब जांदी आ। कि तेरे सामने एक औरत नंगी भी खड़ी होगी तां भी तेरी काम वासना जिहड़ी भड़कूगी नहीं। असल जो समाज नूं बदलण दी आपां गल करदे आ उदों होऊगी। तो साडे नाल गलबात करन दे लई एडवोकेट सिमरजीत कौर गिल मौजूद ने, क्योंकि आपां जाणदे ना तो भी कानूनी तौर ते कानूनी मार हैगे ने, वकील हैगे ने ते गलबात करदे आ। तुसीं एज ए वकील इहनूं किवें देखदे हो? एज ए वकील मैं कਹਾਂ कि ये टोटली ਜਿਹੜੀ ਹੈਗੀ ਆ ਕਾਨੂੰਨ ਦੀ ਉਲੰਘਣਾ ਕੀਤੀ ਗਈ ਆ, ਇਹਨੂੰ ਜਸਟਿਸ ਡਿਨਾਈਡ ਕੀਤਾ ਗਿਆ ਆ। ਸੋ ਇੱਕ ਕਿਸਮ ਦੇ ਨਾਲ ਇਹ ਕਹਿ ਲਓ ਕਿ ਐਗਜ਼ੀਕਿਊਟਿਵ ਪਾਵਰ ਨੇ ਜੁਡੀਸ਼ਰੀ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਜੇ ਆਪਾਂ ਦੇਖੀਏ ਕਿ ਜਦੋਂ ਨਿਰਭਇਆ ਕੇਸ ਹੁੰਦਾ ਉਸ ਤੋਂ ਬਾਅਦ ਜੋ ਕਮੇਟੀ ਬੈਠਦੀ ਆ ਜਸਟਿਸ ਵਰਮਾ ਦੀ, ਉਹਨਾਂ ਦੇ ਅਕੋਰਡਿੰਗ ਇਹ ਸੀਗਾ ਕਿ ਕਦੇ ਵੀ ਰੇਪ ਕੇਸਿਸ ਦੇ ਵਿੱਚ ਰਮਿਸ਼ਨ ਨਹੀਂ ਮਿਲੇਗੀ। ਰੇਪ ਕੇਸਿਸ ਦੇ ਵਿੱਚ ਕਦੇ ਵੀ ਕਿਸੇ ਦੀ ਵੀ ਜੋ ਹੈਗੀ ਆ ਸਜ਼ਾ ਮਾਫੀ ਨਹੀਂ ਕੀਤੀ ਜਾਏਗੀ, ਚਾਹੇ ਉਹ ਪਾਰਡਨਿੰਗ ਪਾਵਰ ਦੇ ਥਰੂ ਹੋਵੇ ਜਾਂ ਫਿਰ ਉਹ ਇਹ ਜਿਹੜੀ 15 ਅਗਸਤ ਤੇ 26 ਜਨਵਰੀ ਨੂੰ ਰਿਹਾ ਕੀਤੇ ਜਾਂਦੇ ਆ ਜਾਂ ਇੱਦਾਂ ਹੋਵੇ। ਸੋ ਇਹ ਕਦੇ ਵੀ ਨਹੀਂ ਕੀਤਾ ਜਾਏਗਾ। ਪਰ ਇਹ ਸਾਰਾ ਕੁਝ ਉਹ ਗੁੱਡ ਮੋਰਲ ਕਰੈਕਟਰ ਦੇ ਕੇ ਕੀਤਾ ਗਿਆ ਆ। ਤੇ ਇਹ ਟੋਟਲੀ ਇਹ ਕਹਿ ਲਓ ਕਿ ਅਬਿਊਜ਼ ਆਫ ਪਾਵਰ ਕੀਤਾ ਗਿਆ ਹੈ। ਇਹ ਕਾਨੂੰਨ ਦੀ ਟੋਟਲ ਉਲੰਘਣਾ ਕੀਤੀ ਗਈ ਆ। ਤੁਸੀਂ ਕਿਵੇਂ ਦੇਖਦੇ ਹੋ ਵੀ ਦੇਸ਼ ਦੇ ਪ੍ਰਧਾਨ ਮੰਤਰੀ 15 ਅਗਸਤ ਨੂੰ ਨਾਰੀ ਸ਼ਕਤੀ ਦੀ ਗੱਲ ਕਰਦੇ ਆ, ਔਰਤਾਂ ਦੀ ਜਿਹੜੀ ਭਾਗੀਦਾਰੀ ਹੈ ਵੱਖ-ਵੱਖ ਕੰਮਾਂ ਦੇ ਵਿੱਚ ਉਹਨੂੰ ਵਧਾਉਣ ਦੀ ਗੱਲ ਕਰਦੇ ਆ, ਉਸੇ ਦਿਨ ਇਹ ਕੇਸ ਦਾ ਜਿਹੜਾ ਫੈਸਲਾ ਆਉਂਦਾ ਤੇ ਦੋਸ਼ੀ ਜਿਹੜੇ ਨੇ ਬਰੀ ਕਰ ਦਿੱਤੇ ਜਾਂਦੇ? ਇਹ ਜੁਮਲੇਬਾਜ਼ੀ ਆ। ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਜਾਂਦੀ ਆ, ਚਾਹੇ ਕੋਈ ਵੀ ਇਹ ਸੱਤਾਧਾਰੀ ਧਿਰ ਹੋਵੇ, ਚਾਹੇ ਉਹ ਸੈਂਟਰ ਵਾਲੀ ਹੋਵੇ ਜਾਂ ਸਟੇਟ ਵਾਲੀ ਹੋਵੇ, ਕੋਈ ਵੀ ਸੱਤਾਧਾਰੀ ਧਿਰ ਹੋਵੇ, ਉਹਨੂੰ ਸਿਰਫ ਆਪਣੀਆਂ ਵੋਟਾਂ ਤੱਕ ਮਤਲਬ ਹੁੰਦਾ ਆ। ਉਹਨੂੰ ਆਪਣੇ ਵਰਕਰ ਜਿਹੜੇ ਉਹਦੇ ਲਈ ਵੋਟਾਂ ਖਿੱਚ ਕੇ ਲਿਆਉਣਗੇ ਉਹਨਾਂ ਤੱਕ ਮਤਲਬ ਹੁੰਦਾ। ਇਸੇ ਲਈ ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਨਾਰੀ ਸ਼ਕਤੀ ਦੀ ਗੱਲ ਕੀਤੀ ਜਾ ਰਹੀ ਆ, ਦੂਜੇ ਪਾਸੇ ਉਸੇ ਨਾਰੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲੇ ਹੈਵਾਨਾਂ ਨੂੰ ਗੁੱਡ ਮੋਰਲ ਕਰੈਕਟਰ ਦੇ ਕੇ ਛੱਡ ਦਿੱਤਾ ਜਾਂਦਾ ਆ। ਸੋ ਇਹ ਤੋਂ ਸਾਫ਼ ਪਤਾ ਲੱਗਦਾ ਆ ਕਿ ਕਿੱਡੇ ਦੋਗਲੇ ਕਿਰਦਾਰ ਨੇ ਇਹਨਾਂ ਲੋਕਾਂ ਦੇ ਤੇ ਕਿੱਡੀ ਇਹ ਕਹਿ ਲਓ ਕਿ ਇਹ ਗੰਦੀ ਰਾਜਨੀਤੀ ਖੇਡਦੇ ਆ ਕਿ ਜੇ ਇਹਨਾਂ ਨੂੰ ਕਦੇ ਰੇਪਿਸਟ ਤੋਂ ਵੋਟਾਂ ਦੀ ਲੋੜ ਪਊਗੀ ਇਹ ਰੇਪਿਸਟ ਨੂੰ ਕਹਿ ਦੇਣਗੇ ਰੇਪਿਸਟ ਵੱਲੇ ਵੱਲੇ, ਤੇ ਜੇ ਇਹਨਾਂ ਨੂੰ ਔਰਤਾਂ ਤੋਂ ਵੋਟਾਂ ਦੀ ਲੋੜ ਪਊਗੀ ਇਹ ਔਰਤਾਂ ਨੂੰ ਕਹਿ ਦੇਣਗੇ ਵੀ ਔਰਤਾਂ ਦੀ ਸ਼ਕਤੀ ਐਂਡ ਆਲ ਸਾਰਾ ਕੁਝ ਜੋ ਵੀ ਆ ਸਿਰਫ ਇਹ ਜੁਮਲੇਬਾਜ਼ੀ ਕਰਦੇ ਨੇ। ਅਸਲ ਦੇ ਵਿੱਚ ਇਹਨਾਂ ਨੂੰ ਲੋਕਾਂ ਮਤਲਬ ਵਿਮਨ ਐਮਪਾਵਰਮੈਂਟ ਤੋਂ ਕਿਸੇ ਚੀਜ਼ ਤੋਂ ਕੋਈ ਲੈਣਾ ਦੇਣਾ ਨਹੀਂ ਗਾ। ਤੁਸੀਂ ਬਚਪਨ ਬਚਾਓ ਇੱਕ ਮੁਹਿੰਮ ਵੀ ਤੋਰੀ ਹੈਗੀ ਆ, ਉਹ ਵੀ ਇਸੇ ਇੱਕ ਕੜੀ ਦਾ ਹਿੱਸਾ ਜੇ ਆਪਾਂ ਦੇਖੀਏ। ਤੇ ਦੂਜੇ ਪਾਸੇ ਜਿਹੜੇ ਤੁਹਾਡੇ ਕੋਲ ਕੇਸ ਵੀ ਇੱਕ ਤਰ੍ਹਾਂ ਨਾਲ ਇਹੋ ਜਿਹੇ ਕਾਫੀ ਕੇਸ ਆਉਂਦੇ ਆ, ਤਾਂ ਤੁਸੀਂ ਉਸ ਐਂਗਲ ਤੋਂ ਕਿਵੇਂ ਦੇਖਦੇ ਹੋ? ਸਮਾਜ ਦੇ ਐਂਗਲ ਤੋਂ? ਸਮਾਜ ਦੇ ਐਂਗਲ ਤੋਂ ਇਟ ਇਜ਼ ਵੈਰੀ ਪੇਨਫੁਲ ਕਿ ਸੋਸਾਇਟੀ ਮਤਲਬ ਸੱਤਾਧਾਰੀ ਧਿਰਤਾ ਗੰਦੀ ਹੈਗੀ ਆ, ਸਮਾਜ ਉਦੋਂ ਵੀ ਜ਼ਿਆਦਾ ਗੰਦਾ ਆ। ਕਿਉਂਕਿ ਜੇ ਸਮਾਜ ਦੇ ਵਿੱਚ ਇਹੋ ਜਿਹੀ ਗੰਦਗੀ ਫੈਲਦੀ ਆ ਤਾਂ ਹੀ ਇਹੋ ਜਿਹੇ ਕ੍ਰਾਈਮ ਹੁੰਦੇ ਨੇ। ਜੇ ਸਮਾਜ ਚੱਜਦਾ ਹੋਵੇ ਸਾਡਾ ਤਾਂ ਇਹੋ ਜਿਹੇ ਕ੍ਰਾਈਮ ਹੋਣ ਹੀ ਨਾ। ਸਾਡੇ ਸਮਾਜ ਦੇ ਵਿੱਚ ਤਾਂ ਇਹੋ ਜਿਹੇ ਕ੍ਰਾਈਮ ਜਿਹੜੇ ਕ੍ਰਿਮੀਨਲ ਹੈਗੇ ਨੇ ਇਹਨਾਂ ਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਆ, ਤੇ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਦੀ ਬਲੇਮਿੰਗ ਕੀਤੀ ਜਾਂਦੀ ਆ, ਉਹਨਾਂ ਨੂੰ ਕਰੈਕਟਰਲੈਸ ਬੋਲਿਆ ਜਾਂਦਾ ਆ, ਉਹਨਾਂ ਨੂੰ ਗੁਨਾਹਗਾਰ ਬੋਲਿਆ ਜਾਂਦਾ ਆ। ਸੋ ਸਾਡਾ ਸਮਾਜ ਇਹੋ ਜਿਹੇ ਮਾਪਦੰਡ ਵਾਲਾ ਆ। ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ, ਸੁਣਦੇ ਹੁੰਦੇ ਸੀ, ਪਤਾ ਨਹੀਂ ਸਾਡਾ ਸਮਾਜ ਕਿੰਨਾ ਕੁ ਵਧੀਆ ਆ, ਪਰ ਜਿਵੇਂ ਜਿਵੇਂ ਵੱਡੇ ਹੁੰਦੇ ਜਾ ਰਹੇ ਆ ਉਵੇਂ ਉਵੇਂ ਦਰਦ ਵੱਧਦਾ ਜਾ ਰਿਹਾ ਕਿ ਅਸੀਂ ਇਹੋ ਜਿਹੇ ਸਮਾਜ ਦੀ ਪੈਦਾਇਸ਼ ਹਾਂ। ਤੁਹਾਡੇ ਕੋਲ ਜਿਹੜੇ ਔਰਤਾਂ ਦੇ ਕੇਸ ਆਉਂਦੇ ਪਿੰਡਾਂ ਦੇ ਜਾਂ ਸ਼ਹਿਰਾਂ ਤੋਂ ਅਜਿਹੇ ਕੇਸ ਆਉਂਦੇ ਆ, ਤਾਂ ਤੁਸੀਂ ਉਹ ਕੇਸਾਂ ਨੂੰ ਬੜਾ ਨੇੜੇ ਤੋਂ ਜਾਣਦੇ ਹੋ?
ਬਿਲਕੁਲ ਆਬਵੀਅਸ ਜੀ ਗੱਲ ਆ। ਮੈਂ ਉਹਨਾਂ ਨੂੰ ਨੇੜੇ ਤੋਂ ਜਾਣਦੀ ਆ, ਮੈਂ ਆਪਣੇ ਕਰਕੇ ਜਾਣਦੀ ਆ। ਮੈਂ ਵੀ ਇੱਕ ਔਰਤ ਹੋਣ ਕਰਕੇ ਔਰਤ ਆਪਣਾ ਦੁੱਖ ਜਿਹੜਾ ਤੁਹਾਨੂੰ ਬੜੇ ਮਤਲਬ ਖੁੱਲੇ ਦਿਲ ਨਾਲ ਦੱਸ ਦਿੰਦੀ। ਬਿਲਕੁਲ ਬਿਲਕੁਲ ਮੈਂ ਉਸ ਚੀਜ਼ ਨੂੰ ਬਹੁਤ ਡੀਪਲੀ ਅੰਡਰਸਟੈਂਡ ਕਰ ਸਕਦੀ ਹਾਂ, ਕਿਉਂਕਿ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਮੈਂ ਵੀ ਹੈਗੀ ਹਾਂ। ਕਿਤੇ ਨਾ ਕਿਤੇ ਇਹ ਚੀਜ਼ਾਂ ਮੈਂ ਵੀ ਆਪਣੇ ਉੱਤੇ ਹੰਡਾਈਆਂ ਹੋਈਆਂ ਨੇ, ਜਿਨ੍ਹਾਂ ਚੀਜ਼ਾਂ ਦੀ ਮੈਂ ਗੱਲ ਕਰਦੀ ਹਾਂ ਜਾਂ ਜਿਨ੍ਹਾਂ ਚੀਜ਼ਾਂ ਦੇ ਲਈ ਅਸੀਂ ਫਾਈਟ ਕਰਦੇ ਹਾਂ ਜਾਂ ਜਿਨ੍ਹਾਂ ਦੇ ਕੇਸਿਸ ਹੁੰਦੇ ਆ, ਉਹਨਾਂ ਨੂੰ ਮੈਂ ਬਿਲਕੁਲ ਆਪਣਾ ਕਰਕੇ ਜਾਣ ਸਕਦੀ ਹਾਂ। ਮੈਂ ਸਮਝ ਸਕਦੀ ਹਾਂ, ਉਸ ਦਰਦ ਨੂੰ ਮਹਿਸੂਸ ਕਰ ਸਕਦੀ ਹਾਂ। ਰੇਪ ਕਹਿਣ ਨੂੰ ਸਰੀਰ ਦੇ ਉੱਤੇ ਕੀਤਾ ਗਿਆ ਹਮਲਾ ਹੁੰਦਾ, ਸਰੀਰ ਨੂੰ ਬਿਨਾਂ ਮਰਜ਼ੀ ਦੇ ਟੱਚ ਕੀਤਾ ਜਾਂਦਾ ਆ। ਅਸਲ ਦੇ ਵਿੱਚ ਉਹਦੇ ਨਾਲ ਜਿਹੜੀ ਜ਼ਖਮੀ ਆ ਉਹ ਸਾਡੀ ਰੂਹ ਹੁੰਦੀ ਆ, ਉਹ ਰੂਹ ਤੱਕ ਸਾਡੀ ਕੰਬ ਜਾਂਦੀ ਆ। ਪਰ ਇਹ ਚੀਜ਼ਾਂ ਹਜੇ ਪਤਾ ਨਹੀਂ ਕਿਉਂ ਸਮਝਣ ਨੂੰ ਤਿਆਰ ਨਹੀਂ ਹੈਗੇ। ਇਸੇ ਕਰਕੇ ਜਿਹੜੇ ਰੇਪਿਸਟ ਆ ਉਹਨਾਂ ਨੂੰ ਸਮਾਜ ਵੱਲੋਂ ਵੀ ਸਰਕਾਰਾਂ ਵੱਲੋਂ ਵੀ ਬਚਾਇਆ ਜਾਂਦਾ ਆ। ਤੁਸੀਂ ਕਿਤੇ ਵਜੋਂ ਵਕੀਲ ਤਾਂ ਹੈਗੇ ਹੀ ਹੋ, ਐਜ ਏ ਸਮਾਜਿਕ ਕਾਰਕੁਨ ਤੁਸੀਂ ਕਿਵੇਂ ਦੇਖਦੇ ਹੋ ਵੀ ਇਹਦਾ ਹੱਲ ਕੀ ਹੈ? ਜਾਗਰੂਕਤਾ ਕਿਵੇਂ ਫੈਲਾਈ ਜਾ ਸਕਦੀ ਹੈ? ਜਾਗਰੂਕਤਾ ਉਦੋਂ ਆਊਗੀ ਜਦੋਂ ਉਹ ਇਹ ਨਹੀਂ ਕਹਿਣਗੇ ਕਿ ਔਰਤ ਦੇ ਕੱਪੜੇ ਜਿਹੜੇ ਹੈਗੇ ਆ ਉਹ ਬਲਾਤਕਾਰੀ ਨੂੰ ਅਟਰੈਕਟ ਕਰਦੇ ਆ, ਬਲਕਿ ਉਹ ਕਹਿਣਗੇ ਕਿ ਮੇਰੇ ਸਾਹਮਣੇ ਔਰਤ ਨੰਗੀ ਵੀ ਖੜੀ ਹੋਊਗੀ, ਮੈਨੂੰ ਫਰਕ ਨਹੀਂ ਪਊਗਾ। ਮੇਰਾ ਇਹ ਕਿਰਦਾਰ ਆ। ਇੱਕ ਮਰਦ ਨੂੰ ਇੱਕ ਮਾਂ ਇਹ ਚੀਜ਼ ਸਿਖਾਊਗੀ ਆਪਦੇ ਬੱਚੇ ਨੂੰ, ਕਿਉਂਕਿ ਮਾਂ ਨੂੰ ਹੀ ਸਿਖਾਉਣਾ ਪੈਣਾ ਕਿ ਤੇਰੇ ਸਾਹਮਣੇ ਇੱਕ ਔਰਤ ਨੰਗੀ ਵੀ ਖੜੀ ਹੋਊਗੀ ਤਾਂ ਵੀ ਤੇਰੀ ਕਾਮ ਵਾਸਨਾ ਜਿਹੜੀ ਭੜਕੂਗੀ ਨਹੀਂ। ਅਸਲ ਜੋ ਸਮਾਜ ਨੂੰ ਬਦਲਣ ਦੀ ਆਪਾਂ ਗੱਲ ਕਰਦੇ ਹਾਂ ਉਦੋਂ ਹੋਊਗੀ ਇਹ ਚੀਜ਼। ਜੇ ਅਸੀਂ ਕਹਿ ਦਈਏ ਬਈ ਕੱਪੜੇ ਦੇਖ ਕੇ ਬਾਰ-ਬਾਰ ਆਉਂਦਾ ਆ, ਔਰਤਾਂ ਦੇ ਕੱਪੜੇ, ਪਹਿਰਾਵਾ, ਲੱਤਾਂ ਨੰਗੀਆਂ, ਇਹ ਮਕਾਮ ਵਾਸਨਾ ਨੂੰ ਭੜਕਾਉਂਦੀਆਂ ਨੇ, ਤਾਂ ਮੈਂ ਇਹ ਕਹਿਦਾ ਕਿ ਰੇਪ ਕੋਈ ਸੈਕਸ ਨਹੀਂ ਹੁੰਦਾ, ਰੇਪ ਵਾਇਲੈਂਸ ਹੁੰਦੀ ਆ। ਇਹ ਬਲਾਤਕਾਰ ਆ ਨਾ ਜਿਹੜਾ, ਉਹ ਜਿਹੜੀ ਚੀਜ਼ ਉਹ ਤੋਂ ਜਿਹੜੀ ਸੰਤੁਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ, ਸੰਤੁਸ਼ਟੀ ਪਾਵਰ ਦੀ ਪ੍ਰਾਪਤ ਕਰਨ ਦੀ ਸ਼ਾਇਦ ਉਹ ਪਾਗਲ ਲੋਕ ਕਰਦੇ ਨੇ, ਨਾ ਕਿ ਇਹ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਤੋਂ ਰੀਪਰੋਡਕਟਿਵ ਸਿਸਟਮ ਸ਼ੁਰੂ ਹੁੰਦਾ, ਨਾ ਕਿ ਉਸ ਚੀਜ਼ ਦੀ ਸੰਤੁਸ਼ਟੀ ਹੁੰਦੀ ਆ। ਸਾਨੂੰ ਇਹ ਚੀਜ਼ਾਂ ਆ ਜਿਹੜੀਆਂ ਡੀਪਲੀ ਸਮਝਣੀਆਂ ਪੈਣਗੀਆਂ, ਤੇ ਜਦੋਂ ਇਸ ਚੀਜ਼ ਨੂੰ ਅਸੀਂ ਸਮਝਾਂਗੇ ਮੈਨੂੰ ਲੱਗਦਾ ਕਿ ਸਾਨੂੰ ਸ਼ਾਇਦ ਮੇਰੇ ਵਰਗੇ ਜਿਉਂਦੇ ਵੀ ਨਹੀਂ ਰਹਿਣਗੇ। ਮੇਰੀ ਆਉਣ ਵਾਲੀਆਂ ਪਤਾ ਨਹੀਂ ਕਿੰਨੀਆਂ ਨਸਲਾਂ ਨੂੰ ਇਸ ਚੀਜ਼ ਦੀ ਲੜਾਈ ਲੜਨੀ ਪਊਗੀ ਤਾਂ ਕਿਤੇ ਜਾ ਕੇ ਮੈਂ ਕਹਿੰਦੀ ਹਾਂ ਕਿ ਸਾਡਾ ਸਮਾਜ ਆ ਜਿਹੜਾ ਸੈੱਟ ਹੋਵੇਗਾ। ਆਖਰੀ ਸਵਾਲ ਇਹ ਹੈਗਾ ਕਿ ਤੁਹਾਨੂੰ ਲੱਗਦਾ ਵੀ ਬਿਲਕਿਸ ਬਾਨੋ ਨਾਲ ਜੋ ਵਾਪਰਿਆ, ਉਹਦੇ ਦੋਸ਼ੀ ਜਿਹੜੇ ਨੇ ਰਿਹਾ ਹੋਏ ਨੇ, ਵੀ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਇੱਕ ਖਾਸ ਧਰਮ ਨਾਲ ਸੰਬੰਧਿਤ ਹੈਗੀ ਹੈ? ਇਹ ਬਿਲਕੁਲ ਇਹ ਚੀਜ਼ ਤਾਂ ਹੈਗੀ ਆ। ਦੇਖੋ ਗੁਜਰਾਤ ਦੇ ਵਿੱਚ ਇਲੈਕਸ਼ਨ ਨੇ, ਤੇ ਗੁਜਰਾਤ ਦੀ ਜਿਹੜੀ ਹਿੰਦੂ ਵੋਟ ਆ ਜਾਂ ਜਿਹੜੇ ਨੇ ਉਹ ਕਾਂਡ ਕੀਤਾ ਸੀ 2002 ਵਾਲਾ, ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਇਹ ਚੀਜ਼ ਕੀਤੀ ਗਈ ਆ, ਤੇ ਮੁਸਲਿਮ ਮਾਈਨੋਰਿਟੀ ਨੂੰ ਡਰਾਉਣ ਦੀ ਖਾਤਰ ਇਹ ਕੁਛ ਕੀਤੀ ਗਈ ਆ ਕਿ ਤੁਸੀਂ ਇੱਥੇ ਸੇਫ ਨਹੀਂ ਹੈਗੇ। ਜੋ ਬਾਰ-ਬਾਰ ਇਹ ਜਿਹੜੀ ਬੀਜੇਪੀ ਦੀ ਗਵਰਨਮੈਂਟ ਹੈ ਬਾਰ-ਬਾਰ ਇਹੋ ਜਿਹੀ ਜਿਹੜੀ ਗੇਮ ਖੇਡਦੀ ਆ ਰਹੀ ਆ, ਸੋ ਬੇਸਿਕਲੀ ਇਹ ਇਸ ਕਰਕੇ ਹੀ ਕੀਤਾ ਗਿਆ ਆ। ਇਸ ਚੀਜ਼ ਨੂੰ ਆਪਾਂ ਮੰਨ ਸਕਦੇ ਹਾਂ ਕਿ ਉਸ ਕਮਿਊਨਿਟੀ ਨੂੰ ਡਰਾਉਣ ਦੀ ਖਾਤਰ ਇਹ ਚੀਜ਼ ਕੀਤੀ ਗਈ ਆ, ਤੇ ਉਸ ਇੱਕ ਖਾਸ ਕਮਿਊਨਿਟੀ ਨੂੰ ਇਹ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹਾਈ ਕੋਰਟ ਦੇ ਸੀਨੀਅਰ ਵਕੀਲ ਜਿਹੜੇ ਨਵਕਿਰਨ ਸਿੰਘ ਮੌਜੂਦ ਨੇ ਸਾਡੇ ਨਾਲ, ਉਹ ਵੀ ਇੱਥੇ ਪਹੁੰਚੇ ਹੈਗੇ, ਗੱਲਬਾਤ ਕਰਦੇ ਆ। ਵਕੀਲ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਮਸਲਾ ਜਿਹੜਾ ਸਾਰਾ ਫੈਸਲਾ ਆਇਆ ਹੈਗਾ, ਤੇ ਆਪਣੇ ਵਕਾਲਤ ਵਾਲੇ ਪੱਖ ਤੋਂ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇਸ ਗੱਲ ਤੇ ਹੈਰਾਨ ਆ ਕਿ ਬਿਲਕਿਸ ਬਾਨੋ ਦੇ 11 ਘਰ ਦੇ ਮੈਂਬਰ ਮਾਰਤੇ ਗਏ, ਉਹਦਾ 3 ਸਾਲ ਦਾ ਬੱਚਾ ਮਾਰਤਾ ਗਿਆ, ਉਹ ਆਪ ਪ੍ਰੈਗਨੈਂਟ ਸੀਗੀ। ਉਦੋਂ ਇਹ ਘਿਨਾਉਣਾ ਅਪਰਾਧ ਹੋਇਆ, ਤੇ ਉਹਦੇ ਬਾਵਜੂਦ ਇੱਕ ਸਿੰਪਲ ਲਾਈਫ ਇੰਪ੍ਰਿਜ਼ਨਮੈਂਟ ਦੇਣੀ, ਕਿਤੇ ਨਾ ਕਿਤੇ ਇਹ ਫੈਸਲਾ ਗਲਤ ਸੀਗਾ। ਤੇ ਮੈਨੂੰ ਨਹੀਂ ਪਤਾ ਵੀ ਉਦੋਂ ਕੋਸ਼ਿਸ਼ ਕੀਤੀ ਗਈ ਕਿ ਨਹੀਂ ਕੀਤੀ ਗਈ, ਕਿਉਂਕਿ ਜਿਹੜੀ ਹੈਗੀ ਹੈ ਲਾਈਫ ਇੰਪ੍ਰਿਜ਼ਨਮੈਂਟ, ਉਹ ਬੜੇ ਤਰੀਕੇ ਦੀ ਹੈ। ਇੱਕ ਤਾਂ ਸਿੰਪਲ ਲਾਈਫ ਇੰਪ੍ਰਿਜ਼ਨਮੈਂਟ ਹੈ, ਜਿਹੜਾ ਬੰਦਾ ਤੁਹਾਨੂੰ ਪਤਾ ਹੈ ਵੀ 14 ਸਾਲ ਉਹਨੂੰ ਕੱਟਣੇ ਪੈਂਦੇ ਨੇ, ਤੇ 14 ਸਾਲ ਬਾਅਦ ਬਾਹਰ ਆ ਜਾਂਦਾ। ਪਰ ਜਿਨ੍ਹਾਂ ਕੇਸਾਂ ਦੇ ਵਿੱਚ ਸੰਗੀਨ ਜੁਰਮ ਹੋਇਆ ਹੋਏ, ਉੱਥੇ ਅਦਾਲਤਾਂ ਜਿਹੜੀਆਂ ਹੈਗੀਆਂ ਨੇ ਤੈਅ ਜ਼ਿੰਦਗੀ ਵੀ ਦਿੰਦੀਆਂ ਨੇ। ਸੋ ਲਾਈਫ ਇੰਪ੍ਰਿਜ਼ਨਮੈਂਟ ਪਹਿਲੇ ਤੈਅ ਜ਼ਿੰਦਗੀ ਹੁੰਦੀ ਸੀਗੀ, ਤੇ ਫਿਰ ਉਸ ਤੋਂ ਬਾਅਦ 20 ਸਾਲਾਂ ਦੀ ਹੋ ਗਈ। 20 ਸਾਲਾਂ 'ਚੋਂ ਸਰਕਾਰ 14 ਸਾਲਾਂ ਬਾਅਦ ਛੱਡ ਦਿੰਦੀ ਹੈ। ਤੇ ਕਿਉਂ ਨਹੀਂ ਇਹ ਸਜ਼ਾ ਜਿਹੜੀ ਹੈਗੀ ਹੈ ਠੀਕ ਦਿੱਤੀ ਗਈ, ਇਹ ਵੀ ਸਵਾਲ ਆਉਂਦਾ। ਫਿਰ ਜਿਸ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਪ੍ਰੀਮੈਚੁਰ ਰਿਲੀਜ਼ ਕੀਤਾ ਗਿਆ ਸਰਕਾਰੀ ਆਰਡਰ ਦੇ ਨਾਲ, ਤੇ ਇੰਨੇ ਕਾਨੂੰਨੇ ਜਿਹੜਾ ਜੁਰਮ ਦੇ ਵਿੱਚ ਉਹਨਾਂ ਸਰਟੀਫਿਕੇਟ ਦਿੱਤਾ, ਕਰੈਕਟਰ ਸਰਟੀਫਿਕੇਟ ਕਹਿੰਦੇ ਠੀਕ ਹੈ। ਨਹੀਂ, ਕਰੈਕਟਰ ਸਰਟੀਫਿਕੇਟ ਤੋਂ ਇਲਾਵਾ ਤੁਸੀਂ ਇੱਕ ਹੋਰ ਗੱਲ ਦੀ ਦੇਖਣ ਦੀ ਲੋੜ ਹੈ ਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਲੋਕਲ ਐਮਐਲਏ ਜਿਹੜਾ ਉਸ ਕਮੇਟੀ ਦਾ ਮੈਂਬਰ ਸੀ, ਉਹ ਕਹਿੰਦਾ ਇਹ ਸੰਸਕਾਰੀ ਬ੍ਰਾਹਮਣ ਹੈ। ਹਾਂ, ਤੁਸੀਂ ਉਸ ਐਮਐਲਏ ਦੀ ਸਟੇਟਮੈਂਟ ਸੁਣੋ, ਜਿਹੜਾ ਵਿੱਚ ਬੈਠਾ ਸੀ ਉਸ ਕਮੇਟੀ 'ਚ ਲੋਕਲ ਐਮਐਲਏ, ਉਹ ਕਹਿੰਦੇ ਇਹ ਸੰਸਕਾਰੀ ਬ੍ਰਾਹਮਣ ਹੈ, ਇਨकी सज़ा माफ़ करनी जायज़ थी।
ਸੋ ਮੈਨੂੰ ਨਹੀਂ ਸਮਝ ਆਉਂਦੀ ਵੀ ਸੰਸਕਾਰੀ ਬ੍ਰਾਹਮਣ ਕਿਹੜੇ ਹੁੰਦੇ ਤੇ ਕਿਹੜਾ ਇਹਨਾਂ ਕੋਲ ਲਾਇਸੈਂਸ ਹੈ ਰੇਪ ਕਰਨ ਦਾ। ਕਿਹੜਾ ਧਰਮ ਲਾਇਸੈਂਸ ਦਿੰਦਾ ਹੈ ਆਪਣੇ ਲੋਕਾਂ ਨੂੰ ਕਿ ਤੁਸੀਂ ਰੇਪ ਕਰ ਲਓ ਤੇ ਸੰਸਕਾਰ ਹੋਣਗੇ। ਸੋ ਜਿਸ ਪਾਸੇ ਮੁਲਕ ਨੂੰ ਤੋਰਦੇ ਪਏ ਨੇ ਤੇ ਜਿਸ ਪਾਸੇ ਲੈ ਕੇ ਜਾ ਰਹੇ ਨੇ, ਇਹ ਤਾਂ ਮੁਲਕ ਜਿਹੜਾ ਹੈਗਾ ਇਹਦੀ ਡੈਮੋਕ੍ਰੇਸੀ ਬਚਣੀ ਔਖੀ ਹੋ ਜਾਣੀ ਹੈ। ਸੋ ਬੜੇ ਸੀਰੀਅਸ ਸਵਾਲ ਹੈਗੇ ਨੇ ਜਿਹੜੇ ਕਿ ਲੋਕਾਂ ਨੂੰ ਜਿਹੜਾ ਨੰਗੇ ਚਿੱਟੇ ਹੋ ਕੇ ਲੋਕਾਂ ਦੇ ਅੱਗੇ ਆ ਰਹੇ ਨੇ, ਤੇ ਲੋਕਾਂ ਨੂੰ ਸੋਚਣਾ ਪਏਗਾ ਵੀ ਕਿਹੋ ਜਿਹੀ ਸਰਕਾਰਾਂ ਨੇ ਜਿਨ੍ਹਾਂ ਦੇ ਨੁਮਾਇੰਦੇ ਕਹਿੰਦੇ ਵੀ ਸੰਸਕਾਰੀ ਬ੍ਰਾਹਮਣ ਨੇ ਤੇ ਇਹਨਾਂ ਦੀ ਸਜ਼ਾ ਮਾਫ ਕਰ ਦੇਣੀ ਚਾਹੀਦੀ ਸੀਗੀ। ਘੱਟ ਗਿਣਤੀ ਨੂੰ ਕਿਵੇਂ ਦੇਖਦੇ ਹੋ ਵੀ ਘੱਟ ਗਿਣਤੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨਾਲ ਕੁਝ ਅਜਿਹਾ ਵਾਪਰ ਰਿਹਾ ਵੀ ਜਿਹੜਾ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਹੁੰਦਾ ਹੈਗਾ? ਦੇਖੋ, ਘੱਟ ਗਿਣਤੀਆਂ ਨਾਲ ਤੇ ਦਲਿਤਾਂ ਨਾਲ ਸਦੀਆਂ ਤੋਂ ਇਹੀ ਹੁੰਦਾ ਆਇਆ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਜੀ ਕਿ ਪਿਛਲੇ 8 ਸਾਲਾਂ 'ਚ ਇਹ ਹੋ ਰਿਹਾ। 1984 ਸਿੱਖਾਂ ਨਾਲ ਵੀ ਕੀਤਾ ਗਿਆ, 1991 ਵਿੱਚ ਮੁਸਲਮਾਨਾਂ ਨਾਲ ਕੀਤਾ ਗਿਆ, ਫਿਰ 2002 ਵਿੱਚ ਕੀਤਾ ਗਿਆ। ਮੁਸ਼ਕਿਲ ਇਹ ਵੇ ਕਿ ਜਿਹੜਾ ਇਹ ਇੱਕ ਟ੍ਰੈਂਡ ਹੈਗਾ ਉਹਨੂੰ ਮੈਜੋਰਿਟੀ ਕਮਿਊਨਿਟੀ ਐਪਰੀਸ਼ੀਏਟ ਕਰ ਰਹੀ ਹੈ। ਜਦੋਂ ਲੋਕ ਇਹਦਾ ਮਜ਼ਾ ਲੈਣਾ ਸ਼ੁਰੂ ਕਰ ਦੇਣ ਤੇ ਜਿਹੜੇ ਹੁਕਮਰਾਨ ਨੇ ਜਾਂ ਜਿਹੜੇ ਲੋਕ ਜ਼ੁਲਮ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਵੋਟਾਂ ਪਾਣ, ਉਹ ਇੱਕ ਚੈਲੰਜ ਹੈ ਡੈਮੋਕ੍ਰੇਸੀ ਨੂੰ। ਸੋ ਮੇਰੇ ਹਿਸਾਬ ਨਾਲ ਇਹ ਜਿਹੜਾ ਟ੍ਰੈਂਡ ਹੈ ਇਹ ਬੜਾ ਹੀ ਮਾੜਾ ਹੈ। ਜਿਹੜਾ ਇੰਡੀਅਨ ਕਨਸਟੀਟਿਊਸ਼ਨ ਜਿਹੜੀ ਸੀ ਕਿ ਸੈਕੂਲਰ ਬਣਾਈ ਗਈ, ਉਹਨੂੰ ਇੱਕ ਚੈਲੰਜ ਹੈ ਤੇ ਆਪਾਂ ਕਿਸ ਪਾਸੇ ਜਾ ਰਹੇ ਹਾਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗਾ ਵੀ ਕੀ ਹੈ ਹੁਣ ਅੱਤ ਹੋ ਗਈ ਹੈ ਕਿ ਹਾਲੇ ਵੀ ਕੁਝ ਹੋਣਾ ਬਾਕੀ ਹੈ। ਸੋ ਬੜੇ ਵੱਡੇ ਸਵਾਲ ਨੇ ਜਿਹੜੇ ਲੋਕਾਂ ਨੂੰ ਸੋਚਣੇ ਚਾਹੀਦੇ ਨੇ। ਲੋਕਾਂ ਧੀਆਂ ਭੈਣਾਂ ਵਾਲਿਆਂ ਨੂੰ ਸੋਚਣੇ ਚਾਹੀਦੇ ਨੇ ਕਿ ਜਿਹੜੇ ਪਾਰਟੀ ਦੇ ਲੋਕ ਇਹ ਬਿਆਨ ਦੇਣ ਕਿ ਇਹ ਸੰਸਕਾਰੀ ਬ੍ਰਾਹਮਣ ਹੈ ਤੇ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ, ਉਹ ਕਿਹੋ ਜਿਹੀ ਮੈਂਟੈਲਿਟੀ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਦੇਸ਼ ਸੌਂਪਿਆ ਹੋਇਆ। ਜਾਂ ਤਾਂ ਬੀਜੇਪੀ ਵਾਲੇ ਉਸ ਸ਼ਖਸ ਨੂੰ ਆਪਣੀ ਪਾਰਟੀ 'ਚੋਂ ਕੱਢਣ, ਕਹਿਣ ਵੀ ਅਸੀਂ ਇਸ ਆਈਡੀਓਲੋਜੀ ਦੇ ਨਹੀਂ ਆ, ਇਹਦੀ ਸਟੇਟਮੈਂਟ ਗਲਤ ਹੈ, ਇਹਨੂੰ ਕੰਡੈਮ ਕਰਨ। ਤੇ ਜੇ ਉਹਨਾਂ ਨੇ ਹੁਣ ਤੱਕ ਕੰਡੈਮ ਨਹੀਂ ਕੀਤੀ ਤੇ ਜੇ ਆਉਣ ਵਾਲੇ ਸਮੇਂ 'ਚੋਂ ਕੰਡੈਮ ਕਰ ਵੀ ਦੇਣ ਤੇ ਉਹਨਾਂ ਦਾ ਇਮੀਡੀਏਟ ਰਿਐਕਸ਼ਨ ਇਹ ਹੋਣਾ ਚਾਹੀਦਾ ਸੀ ਵੀ ਇਹੋ ਜਿਹਾ ਬੰਦਾ ਸਾਡੀ ਪਾਰਟੀ 'ਚ ਨਹੀਂ ਰਹਿਣਾ ਚਾਹੀਦਾ। ਉਹ ਇਸ ਮੁਲਕ ਦੇ ਹੁਕਮਰਾਨ ਰਹਿਣਾ ਚਾਹੁੰਦੇ ਨੇ, ਸਦੀਆਂ ਲਈ ਰਹਿਣਾ ਚਾਹੁੰਦੇ ਨੇ ਜੀ ਸਦਕੇ। ਪਰ ਜੇ ਇਹ ਸੰਸਕਾਰੀ ਬ੍ਰਾਹਮਣਾਂ ਵਾਲੀ ਥਿਊਰੀ ਠੀਕ ਹੈ ਤੇ ਉਹ ਇਸ 'ਤੇ ਬਿਲੀਵ ਕਰਦੇ ਨੇ ਤੇ ਮੁਲਕ ਦੀ ਡੈਮੋਕ੍ਰੇਸੀ ਖਤਰੇ 'ਚ ਹੈ। ਧੰਨਵਾਦ ਜੀ। ਸੋ ਇਹ ਸੀਗੇ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ, ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਆਪਣਾ ਪੱਖ ਰੱਖਿਆ ਤੇ ਜਿਹੜਾ ਬਿਲਕਿਸ ਬਾਨੋ ਵਾਲਾ ਮਾਮਲਾ ਹੈਗਾ ਉਸ ਨੂੰ ਕਿਸ ਤਰੀਕੇ ਨਾਲ ਇਹ ਦੇਖਦੇ ਆ, ਇਹਨਾਂ ਨੇ ਆਪਣਾ ਪੱਖ ਦਰਸ਼ਕਾਂ ਦੇ ਸਾਹਮਣੇ ਰੱਖਿਆ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਨਿਤਨ ਸ਼ਾਹ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।